ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਸੁਖਦੀਪ ਕੌਰ ਸੰਧੂ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੱਲ ਕੀਤਾ ਜਾਏਗਾ ਦਿੱਲੀ ਦੇ ਬਾਰਡਰਾਂ ਤੋਂ ਘਰ ਵਾਪਸੀ ਦਾ ਐਲਾਨ। श्री करतारपुर साहिब गुरुद्वारा अंदर पाकिस्तान मॉडल दे नंगे सिर करवाया फोटोशूट, कार्रवाई दी उठी मांग। हाई कोर्ट पहुंचिया पटियाला दे मेयर नूं हटाउण दा मामला, साबका मुख मंत्री कैप्टन अमरिंदर सिंह दे खेमे दा वड्डा एक्शन। नवजोत सिद्धू ने मुड़ छेड़ी पंजाब मॉडल दी गल, लुधियाना दे विच कीती वड्डी कॉन्फ्रेंस। एल्क ग्रोव सिटी दे वल्लों नवंबर नूं सिख जागरूकता अते प्रशंसा महीना वजों मनाया गया। अनमोल गगन मान ने भी सांभी आप दी चुनावी मुहिम दी कमान, लुधियाना दे विच कीती वड्डी रैली। SGPC जनरल इजलास दौरान एडवोकेट हरजिंदर सिंह धामी बने श्रोमणी कमेटी दे 44वें प्रधान। हुण खबरां विस्तार दे नाल। केंद्र सरकार दे 3 खेती सुधार कानूनां खिलाफ 1 साल तो चल रहा किसान अंदोलन अगले 2 दिनों दे विच खत्म हो सकता है। सोमवार नूं ਸਿੰਘੂ बार्डर ते पंजाब दीयां 32 किसान जथेबंदियां दी मीटिंग हुई है। इस दे विच घर वापसी दे लई सहमति दित्ती गई है। हालांकि अंतिम फैसला 1 दसंबर नूं लिया जावेगा। इस संबंधी फैसला लैण दे लई बनाई गई संयुक्त किसान मोर्चा दी 42 मैंबरी कमेटी दी हंगामी मीटिंग बुलाई गई है। ਇਹ पंजाब दीयां किसान जथेबंदियां दी विशेष मीटिंग सी। इस तो बाद 4 ਦਸੰਬਰ ਨੂੰ ਹੋਣ ਵਾਲੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 1 ਦਸੰਬਰ ਨੂੰ ਹੀ ਬੁਲਾਈ ਗਈ ਹੈ। ਕਿਸਾਨ ਆਗੂ ਹਰਮੀਤ ਕਾਦੀਆਂ ਨੇ ਕਿਹਾ ਹੈ ਕਿ ਅਸੀਂ ਜਿੱਤ ਗਏ ਹਾਂ, ਹੁਣ ਸਾਡੇ ਕੋਲ ਕੋਈ ਬਹਾਨਾ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਦੀ ਘਰ ਵਾਪਸੀ ਤੇ ਅਜੇ ਤੱਕ ਮੋਹਰ ਲੱਗਣੀ ਬਾਕੀ ਹੈ। ਪੰਜਾਬ ਦੇ ਕਿਸਾਨ ਆਗੂ ਹਰਮੀਤ ਕਾਦੀਆਂ ਨੇ ਦੱਸਿਆ ਹੈ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਨੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪਰਾਲੀ ਅਤੇ ਬਿਜਲੀ ਐਕਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਸਾਡੀ ਪੂਰਨ ਜਿੱਤ ਹੈ। ਜਿਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਆਏ ਸੀ ਉਹਨਾਂ ਦਾ ਫੈਸਲਾ ਹੋ ਗਿਆ ਹੈ। ਸਰਕਾਰ ਨੇ MSP ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ। ਉਸ ਦੇ ਲਈ ਕੇਂਦਰ ਸਰਕਾਰ ਨੂੰ 1 ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ ਕਿਸਾਨਾਂ ਦੇ ਨੁਮਾਇੰਦੇ ਲਏ ਜਾਣਗੇ ਜਾਂ ਨਹੀਂ। ਇਸ ਦਾ ਸਮਾਂ ਸੀਮਾ ਕੀ ਹੋਵੇਗੀ, ਇਸ ਦੇ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। दूसरी गल जी हरमीत सिंह कादिया ने कही है कि 3 कानून रद्द हो चुके हैं। बड़ी साडे ये मान वाली गल है। जेड़े कहंदे सी मोदी है तो मुमकिन है, जो मोदी ने कहता वो कदे भी पुठा नहीं जाता हुंदा, वापस नहीं जाता हुंदा। वो असीं सिद्ध कर दिखाया कि लोग वड्डे हुंदे आ, हुकूमतां नहीं वड्डियां हुंदियां। अज लोकां दी कचहरी ने जो फैसला कीता सी कि 3 कानून रद्द करो, वो रद्द हो चुका है। लोगों की कचहरी की जित हुई है। दूसरी गल जिहड़ा प्रधानमंत्री ने ऐलान किया सी कि असीं कमेटी बनावांगे MSP ते, वो अजे बाकी रहिंदा है। उन्होंने ऐलान अजे नहीं किया अज दे सैशन दे विच। एक जिहड़ा बिल 2020 बिजली शोध एक्ट वो भी अजे रहिंदा। जिहड़े केस है बेशक उन्हों का एक बार ऐलान उन्होंने करता, पर उहदे ते तसल्ली नहीं बजदी। ਉਹ ਗ੍ਰਹਿ ਵਿਭਾਗ ਐਲਾਨ ਕਰੇ ਕਿ ਦੂਸਰੀਆਂ ਸਟੇਟਾਂ ਨੂੰ ਕਹਿ ਕੇ ਅਸੀਂ ਇਹ ਜਿਹੜੇ ਕੇਸ ਹੈ ਖਾਰਜ ਕਰਾਵਾਂਗੇ। ਇਵੇਂ ਜਿਵੇਂ ਕੰਪਨਸੇਸ਼ਨ ਵਾਲੀ ਵੀ ਕਹਿਣ ਦੀ ਉਹਨੂੰ ਲਾਗੂ ਕਰੋ। ਇਹ ਜਿਹੜੀਆਂ ਮੰਗਾਂ ਹੈ ਉਹ ਕੱਲ ਦੇ ਸੈਸ਼ਨ ਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਕੱਲ ਦੇ ਸੈਸ਼ਨ ਦੇ ਵਿੱਚ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਹੈ, ਜੋ ਅਸੀਂ PM ਨੂੰ ਖੁੱਲ੍ਹਾ ਖਤ ਲਿਖਿਆ ਸੀ ਉਹਦੇ ਵਿੱਚ ਉਹ ਦਰਜ ਹੈ, ਉਹਨਾਂ ਦਾ ਐਲਾਨ ਕਰ ਦੇਣ ਤਾਂ ਅਸੀਂ ਪਰਸੋਂ SKM ਦੀ ਮੀਟਿੰਗ ਬੁਲਾਈ ਹੈ। ਉਹ ਮੀਟਿੰਗ ਦੇ ਵਿੱਚ ਅਗਲਾ ਅਸੀਂ ਫੈਸਲਾ ਲੈ ਲਵਾਂਗੇ। ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਇੱਕ ਮਾਡਲ ਦੇ ਵੱਲੋਂ ਫੋਟੋ ਸ਼ੂਟ ਕਰਵਾਉਣ ਤੇ ਵਿਵਾਦ ਛਿੜ ਗਿਆ ਹੈ। ਇਸ ਦੇ ਵਿੱਚ ਮਾਡਲ ਨੇ ਗੁਰਦੁਆਰੇ ਦੇ ਵਿੱਚ ਬਿਨਾਂ ਸਿਰ ਢਕੇ ਫੋਟੋਆਂ ਖਿਚਵਾਈਆਂ ਨੇ। ਇਸ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮੰਗ ਕੀਤੀ ਹੈ ਕਿ ਇਸ ਪਵਿੱਤਰ ਥਾਂ ਦਾ ਨਿਰਾਦਰ ਨਾ ਕੀਤਾ ਜਾਵੇ ਤੇ ਇਸ ਨੂੰ ਪਿਕਨਿਕ ਸਪਾਟ ਨਾ ਬਣ ਦਿੱਤਾ ਜਾਵੇ। ਉਧਰ ਫੋਟੋਸ਼ੂਟ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਲੋਚਨਾ ਮਗਰੋਂ ਪੰਜਾਬ ਸੂਬੇ ਦੀ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਦੀ ਸਰਕਾਰ ਹਰਕਤ ਦੇ ਵਿੱਚ ਆਈ ਹੈ। ਸੋ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇੱਕ ਬਿਆਨ ਦੇ ਵਿੱਚ ਜਾਰੀ ਕਰਕੇ ਕਿਹਾ ਹੈ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਨੇ। ਉਹਨਾਂ ਨੇ ਕਿਹਾ ਹੈ ਕਿ ਗੁਰਦੁਆਰੇ ਦੇ ਵਿੱਚ ਮਾਡਲਿੰਗ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਇੱਕ ਟਵੀਟ ਕੀਤਾ ਹੈ।
ਪੰਜਾਬ ਪੁਲਿਸ ਇਸ ਘਟਨਾ ਦੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਤੇ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੰਬੰਧਿਤ ਬ੍ਰਾਂਡ ਦੇ ਪ੍ਰਬੰਧਕਾਂ ਅਤੇ ਮਾਡਲ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਟਵੀਟ ਕੀਤਾ ਹੈ, डिजाइनर ਅਤੇ ਮਾਡਲ ਨੂੰ ਤਸਵੀਰਾਂ ਦੇ ਲਈ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ। पाकिस्तान स्थित गुरुद्वारा करतारपुर साहिब में आज बहुत दुखदाई घटना हुई। एक मॉडल ने वहां पे डांस करते हुए अपनी वीडियो बनाकर सोशल मीडिया पे डाली, जो कि गुरु घर की बहुत बड़ी बेअदबी है, अपमान है। ये किसी भी सूरत में हम लोग बर्दाश्त नहीं कर सकते। मैंने अभी भारत सरकार के विदेश मंत्रालय में बात की और उनसे कहा है कि तुरंत पाकिस्तान में अपने काउंटर पार्ट से बात करें और ये यकीनी बनाएं, जैसे सबा कमर जिसने मस्जिद में ऐसी वीडियो डाली तो उसके ऊपर कानूनी कार्रवाई हुई थी, उसके ऊपर मुकदमे दर्ज हुए थे, इसके ऊपर भी मुकदमे दर्ज किए जाएं। और पाकिस्तान सरकार ने अब तक इसके ऊपर चुप्पी क्यों साध रखी है, मुझे इस बात की हैरानगी है। अगर सिख धर्म को वो मान सम्मान बराबर देते हैं अपने लोगों के, तो फिर कार्रवाई भी अब तक बराबर होनी चाहिए थी। ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦਾ ਮਾਮਲਾ ਹਾਈ ਕੋਰਟ ਤੱਕ ਪੁੱਜ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ। ਮੁਅੱਤਲ ਮੇਅਰ ਦੇ ਵੱਲੋਂ 25 ਨਵੰਬਰ ਨੂੰ ਹੋਈ ਹਾਊਸ ਦੀ ਜਨਰਲ ਬੈਠਕ ਦੀ ਕਾਰਵਾਈ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੰਦਿਆਂ ਇਸ ਨੂੰ ਜਾਲਸਾਜ਼ੀ ਕਰਾਰ ਦਿੱਤਾ ਗਿਆ ਹੈ। ਸੋ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਾਬਕਾ ਮੇਅਰ ਪਟਿਆਲਾ ਸੰਜੀਵ ਸ਼ਰਮਾ ਬਿੱਟੂ ਨੇ ਆਖਿਆ ਹੈ ਕਿ ਉਸ ਦਿਨ ਜੋ ਵੀ ਨਗਰ ਨਿਗਮ ਪਟਿਆਲਾ ਦੇ ਵਿੱਚ ਹੋਇਆ ਉਹ ਸਰਾਸਰ ਗੁੰਡਾਗਰਦੀ ਸੀ। ਇਸ ਕਰਕੇ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੈ ਅਤੇ ਇਸ ਦਾ ਜੋ ਵੀ ਫੈਸਲਾ ਆਏਗਾ ਉਹ ਮੈਨੂੰ ਮਨਜ਼ੂਰ ਹੋਏਗਾ। ਉਹਨਾਂ ਨੇ ਕਿਹਾ ਹੈ ਕਿ ਉਸ ਦਿਨ ਸਰਕਾਰੀ ਤੰਤਰ ਦੇ ਵੱਲੋਂ ਮੇਰੇ ਕੌਂਸਲਰਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਥੋਂ ਤੱਕ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਇੱਜ਼ਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਪੰਜਾਬ ਕਾਂਗਰਸ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨੂੰ ਤਕੜਾ ਝਟਕਾ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਇਸ ਮੁੱਦੇ ਨੂੰ ਵਕਾਰ ਦੀ ਲੜਾਈ ਬਣਾ ਕੇ ਪੰਜਾਬ ਸਰਕਾਰ ਨੂੰ ਅਦਾਲਤ ਦੇ ਵਿੱਚ ਘੜੀਸਣ ਦਾ ਮਨ ਬਣਾ ਚੁੱਕੇ ਨੇ। ਦੇਖੋ ਉਹਨਾਂ ਨੂੰ ਖੁਦ ਸੋਚਣਾ ਚਾਹੀਦਾ ਹੈ, ਜਿਹੜੀ ਮਰਿਆਦਾ ਹੈ ਜਦੋਂ ਉਸ ਦਿਨ ਬਹੁਮਤ ਨਹੀਂ ਸਾਬਤ ਹੋ ਸਕਿਆ ਤਾਂ ਮੈਂ ਸੋਚਦਾ ਕਿ ਜਿਹੜਾ ਇਸ ਤਰੀਕੇ ਦੇ ਨਾਲ ਆ ਕੇ ਬੈਠਣਾ ਕੁਰਸੀ ਦੇ ਉੱਪਰ, ਇਹ ਡੈਮੋਕ੍ਰੇਸੀ ਨੂੰ ਕਿਤੇ ਆਪਾਂ ਕਿਲ ਕਰ ਰਹੇ ਹਾਂ। ਮੈਂ ਡੈਮੋਕ੍ਰੇਸੀ ਦੀ ਜਿਹੜੀ ਗੱਲ ਕਰ ਰਿਹਾ, ਆਪਣੇ ਹਾਊਸ ਦੀ ਡੈਮੋਕ੍ਰੇਸੀ ਦੀ ਗੱਲ ਕਰ ਰਿਹਾ। ਦੇਖੋ ਸ਼ਹਿਰ ਦੀ ਕੋਈ ਵੀ ਤੁਹਾਡੀਆਂ ਉਲਝਣ ਹੈ, ਕੋਈ ਸਮੱਸਿਆਵਾਂ ਹੈ, ਤਾਂ ਇਹਦੇ ਵਾਸਤੇ ਸਾਡੇ ਕੋਲ ਇੱਕ ਜਨਰਲ ਹਾਊਸ ਹੈ ਜਿਹਦੇ ਵਿੱਚ ਅਸੀਂ ਲਿਆ ਕੇ ਸਾਰੀ ਮੀਟਿੰਗ ਦੇ ਵਿੱਚ ਅਸੀਂ ਪਾਸ ਕਰਦੇ ਹਾਂ। ਅਤੇ ਜਨਰਲ ਹਾਊਸ ਦਾ ਜਿਹੜਾ ਕੋਰਮ ਹੈ ਉਹ ਸਾਡਾ 31 MC ਹੋਣ ਤਾਂ ਪੂਰਾ ਹੁੰਦਾ ਹੈ। ਮੈਂ ਮੇਅਰ ਸਾਹਿਬ ਦੀ ਗੱਲ ਕਰਦਾ, 24 MC ਉਸ ਦਿਨ ਇਹਨਾਂ ਦੇ ਨਾਲ ਸੀਗੇ ਸਮੇਤ ਮੇਅਰ ਸਾਹਿਬ ਦੇ। ਜੇ ਕਹਿੰਦੇ ਨਾ ਮੈਨੂੰ 25 ਵੋਟਾਂ ਪਈਆਂ ਤਾਂ 24 MC ਨਾਲ ਸੀ। 24 ਦੇ ਵਿੱਚੋਂ ਵੀ ਇਹਨਾਂ ਦਾ ਜ਼ਮੀਰ ਜਾਣਦਾ ਕਿ ਇਹਨਾਂ ਨੇ ਕਿੰਨੇ MC ਕਿੰਨੇ ਦਿਨਾਂ ਤੋਂ ਉੱਥੇ ਜ਼ਬਰਦਸਤੀ ਰੋਕੇ ਹੋਏ ਸੀ। 4000 ਜਿਹੜੇ ਮੁਨਸਿਪਲ ਕਮੇਟੀਆਂ ਕਾਰਪੋਰੇਸ਼ਨਾਂ ਦੇ ਵਿੱਚੋਂ ਆਇਆ, ਉਸ ਦੀ ਮੈਂ ਸਮੂਹ ਪਟਿਆਲਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ। ਇਹਦੇ ਵਿੱਚ ਜੋ ਸਾਡੇ ਸਫਾਈ ਕਰਮਚਾਰੀਆਂ ਦਾ, ਜੋ ਸਾਡੇ ਕਾਰਪੋਰੇਸ਼ਨ ਦੇ ਆਫੀਸਰ ਸਾਹਿਬਾਨ ਦਾ, ਸਭ ਤੋਂ ਵੱਡਾ ਸਹਿਯੋਗ ਪਟਿਆਲੇ ਦੇ ਲੋਕਾਂ ਦਾ, ਜਿਹੜਾ ਪਟਿਆਲੇ ਦੇ ਲੋਕਾਂ ਨੇ ਆਪਣੇ ਜ਼ਿੰਮੇਵਾਰੀ ਸੰਭਾਲੀ ਹੈ। ਜਿਹੜਾ ਇਨਫਰਾਸਟ੍ਰਕਚਰ ਸਾਨੂੰ ਸਾਡੇ ਸਾਬਕਾ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ, ਮਹਾਰਾਣੀ ਪਰਨੀਤ ਕੌਰ ਜੀ ਨੇ ਜਿਹੜਾ ਸਾਨੂੰ ਉਪਲਬਧ ਕਰਾਇਆ, 4.5 ਸਾਲ ਦੇ ਵਿੱਚ ਅਸੀਂ ਚਾਹੇ ਸਾਡੇ ਕੰਪੈਕਟਰ, ਸਾਡੇ ਅੰਡਰਗਰਾਊਂਡ ਡਸਟਬਿਨ, ਸਾਡੇ ਜਿਹੜੇ ਮਾਡਰਨ ਟਾਇਲਟ ਬਾਥਰੂਮ, ਇਸ ਦੇ ਨਾਲ ਸਾਡੇ ਜਿਹੜੇ MRF ਸੈਂਟਰ ਦੀ ਸਥਾਪਨਾ ਜਿੱਥੇ ਕੂੜੇ ਦਾ ਨਿਪਟਾਰਾ ਕੀਤਾ ਜਾ ਰਿਹਾ, ਇਹਦੇ ਨਾਲ ਪਟਿਆਲੇ ਦੇ ਲੋਕਾਂ ਨੇ ਜੋ ਸਹਿਯੋਗ ਕੀਤਾ ਹੈ ਤਾਂ ਅਸੀਂ ਅੱਜ ਪਟਿਆਲੇ ਨੂੰ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆ ਸਕੇ ਹਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਹੈ ਕਿ ਹੁਣ ਸੁਖਬੀਰ ਬਾਦਲ ਵੱਡੇ ਵਾਅਦੇ ਕਰ ਰਹੇ ਨੇ, ਪਰ ਸਭ ਤੋਂ ਵੱਧ ਬੇਰੁਜ਼ਗਾਰੀ ਅਕਾਲੀ ਦਲ ਦੀ ਸਰਕਾਰ ਸਮੇਂ ਪਿਛਲੇ 10 ਸਾਲਾਂ ਦੇ ਵਿੱਚ ਵੀ ਵਧੀ ਹੈ। ਸੋ ਇਸ ਦੌਰਾਨ ਸਿੱਧੂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਇਨਵੈਸਟਰ ਸਮਿਟ ਤੇ ਵੀ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਹੈ ਕਿ ਅਕਾਲੀ ਸਰਕਾਰ ਦੇ ਵੱਲੋਂ ਜਿੰਨੇ ਨਿਵੇਸ਼ ਦਾ ਵਾਅਦਾ ਕੀਤਾ ਗਿਆ ਸੀ ਉਹਨਾਂ ਨਹੀਂ ਕੀਤਾ ਹੈ। ਸਿੱਧੂ ਨੇ ਕਿਹਾ ਹੈ ਕਿ ਮੈਂ ਤਰਕਾਂ ਦੇ ਆਧਾਰ ਤੇ ਗੱਲ ਕਰਦਾ ਹਾਂ, ਮੇਰਾ ਪੰਜਾਬ ਮਾਡਲ ਹੀ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰੇਗਾ। ਸਿੱਧੂ ਨੇ ਇਹ ਵੀ ਕਿਹਾ ਹੈ ਕਿ ਅਸੀਂ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ
ਵਾਅਦਾ ਕੀਤਾ ਹੈ, ਜਿਸ ਦੇ ਵਿੱਚੋਂ 52% ਦੀ ਕਮਰਸ਼ੀਅਲ ਪ੍ਰੋਡਕਟਿਵਿਟੀ ਸ਼ੁਰੂ ਹੋ ਗਈ ਹੈ। ਕਾਂਗਰਸ ਸਿੰਗਲ ਵਿੰਡੋ ਸਿਸਟਮ ਲੈ ਕੇ ਆਵੇਗੀ। ਸਿੱਧੂ ਨੇ ਕਿਹਾ ਹੈ ਕਿ ਹੁਣ ਸੁਖਬੀਰ ਬਾਦਲ ਵਪਾਰੀਆਂ ਦੇ ਨਾਲ ਵੱਡੇ ਵਾਅਦੇ ਕਰ ਰਹੇ ਨੇ, ਪਰ ਉਹ ਸੱਤਾ ਦੇ ਵਿੱਚ ਰਹਿੰਦੇ ਸਮੇਂ ਵਪਾਰੀਆਂ ਅੰਦਰ ਭਰੋਸਾ ਪੈਦਾ ਨਹੀਂ ਕਰ ਸਕੇ, ਜਿਸ ਕਾਰਨ ਪੰਜਾਬ ਦੇ ਵਿੱਚ ਨਿਵੇਸ਼ ਨਹੀਂ ਹੋਇਆ ਹੈ। ਪਰ ਕਾਂਗਰਸ ਵਪਾਰੀਆਂ ਦੇ ਲਈ ਅਨੁਕੂਲ ਮਾਹੌਲ ਪੈਦਾ ਕਰੇਗੀ, ਜਿਸ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਸਿੱਧੂ ਨੇ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਸਨਅਤਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕੰਮ ਕੀਤੇ ਜਾ ਰਹੇ ਨੇ ਅਤੇ ਜਲਦ ਹੀ ਸਿੰਗਲ ਵਿੰਡੋ ਸਿਸਟਮ ਨੂੰ ਅਮਲੀ ਰੂਪ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ਮਾਡਲ ਤੇ ਕੰਮ ਕਰ ਰਹੀ ਹੈ ਅਤੇ ਇਸ ਦੇ ਸਕਾਰਾਤਮਕ ਨਤੀਜੇ ਕੁਝ ਹੀ ਦਿਨਾਂ ਬਾਅਦ ਸਾਹਮਣੇ ਆਉਣ ਲੱਗਣਗੇ। ਸਨਅਤਕਾਰਾਂ ਨੂੰ ਕਿਸੇ ਕੰਮ ਦੇ ਲਈ ਦਫ਼ਤਰ ਦੇ ਵਿੱਚ ਖੱਜਲ ਖੁਆਰ ਨਹੀਂ ਹੋਣਾ ਪਏਗਾ। ਆ ਪਰਸੋਂ ਚੌਥੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆਏ ਸੀ ਇੱਥੇ, ਗੰਦਾ ਬੋਲਦੇ ਆ, ਕੋਈ ਰੌਲਾ ਨਹੀਂ। 2 wrongs do not make 1 right। ਮੈਂ ਉਹ ਕੁਝ ਨਹੀਂ ਕਰੂੰਗਾ, ਮੈਂ ਤਰਕ ਤੇ ਮਾਰਦਾ, ਕਿਉਂਕਿ ਕੋਈ ਜਵਾਬ ਨਹੀਂ ਹੁੰਦਾ, ਇਸ ਕਰਕੇ ਉਹ ਬਿਲੋ ਦਾ ਬੈਲਟ ਜਾਂਦਾ। ਚਲੋ ਉਹਦੀ ਮਰਜ਼ੀ। ਮੈਂ ਇੱਕੋ ਗੱਲ ਕਹਿਣੀ ਹੈ ਕਿ ਉਹ ਇੱਥੇ ਆ ਕੇ ਬੜੇ ਲਾਰੇ ਲੂਰੇ 20 ਚੀਜ਼ਾਂ ਕਹਿ ਕੇ ਗਿਆ। ਇਨਵੈਸਟਮੈਂਟ ਸਮਿਟ ਕੀਤਾ ਅਕਾਲੀ ਦਲ ਨੇ ਇਹ 2015 ਦੇ ਵਿੱਚ। ਇਹ ਨਵੇਂ ਲਾਰੇ ਆ ਨਾ ਸ਼ਗੂਫੇ ਛੁਰਲੀਆਂ ਦੇ ਦਨਾਦਨ। 2015 ਦੇ ਵਿੱਚ ਇਹਨਾਂ ਨੇ ਇਨਵੈਸਟਮੈਂਟ ਸਮਿਟ ਕੀਤਾ। ਮੈਂ ਆਪਣੀ ਸਰਕਾਰ ਨਾਲ ਤੁਲਨਾ ਕਰੂੰ। 2015 ਦੇ ਇਨਵੈਸਟਮੈਂਟ ਸਮਿਟ ਦੇ ਵਿੱਚ 391 MOU ਸਾਈਨ ਹੋਏ ਔਰ ਇਹਨਾਂ ਕਿਹਾ 1,20,000 ਕਰੋੜ ਸਟੇਟ ਨੂੰ ਆਊਗਾ ਜੀ। ਕਿੰਨਾ? 1,20,000 ਕਰੋੜ। ਉਹ 391 ਚੋਂ ਸਿਰਫ 46 ਨੇ ਇਨਵੈਸਟ ਕੀਤਾ ਤੇ ਸਿਰਫ 6,000 ਕਰੋੜ ਰੁਪਇਆ, ਮਤਲਬ 1,14,000 ਕਰੋੜ ਰੁਪਇਆ ਆਇਆ ਹੀ ਨਹੀਂ ਹੈ, ਆਇਆ ਹੀ ਨਹੀਂ। ਐਲਕ ਗਰੋਵ ਸਿਟੀ ਦੇ ਵੱਲੋਂ ਨਵੰਬਰ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਐਲਾਨਿਆ ਗਿਆ ਹੈ। ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਵੱਲੋਂ ਸਿਟੀ ਮੀਟਿੰਗ ਦੌਰਾਨ ਇਹ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਮੁੱਚੇ ਕੌਂਸਲ ਮੈਂਬਰਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਬੌਬੀ ਸਿੰਘ ਐਲਨ ਨੇ ਸਿੱਖ ਭਾਈਚਾਰੇ ਦੇ ਵੱਲੋਂ ਪਿਛਲੇ 100 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਦੇ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਦੀ ਤਾਰੀਫ ਕੀਤੀ ਹੈ। ਐਲਕ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਹਿਸਟੋਰਿਕ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਸੰਧੂ ਨੇ ਵੀ ਸਿੱਖ ਕੌਮ ਬਾਰੇ ਸਿਟੀ ਦੇ ਵਿੱਚ ਆਪਣੇ ਵਿਚਾਰ ਰੱਖੇ ਨੇ। ਮੇਅਰ ਬੌਬੀ ਸਿੰਘ ਐਲਨ ਦੇ ਵੱਲੋਂ ਇਹ ਪ੍ਰੋਕਲਾਮੇਸ਼ਨ ਸਰਟੀਫਿਕੇਟ ਖੁਦ ਜਾ ਕੇ ਗੁਰਦੁਆਰਾ ਸਾਹਿਬ ਬ੍ਰਾਡਸ਼ਾ ਰੋਡ ਸੈਕਰਾਮੈਂਟੋ ਦੀ ਕਮੇਟੀ ਨੂੰ ਸੌਂਪਿਆ ਗਿਆ ਹੈ। ਉੱਥੇ ਹੀ ਉਹਨਾਂ ਸੰਗਤਾਂ ਦੇ ਰੂਬਰੂ ਹੁੰਦਿਆਂ ਸਿੱਖ ਕੌਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਤੇ ਕਿਹਾ ਹੈ ਕਿ ਸਿੱਖ ਜਿੱਥੇ ਵੀ ਗਏ ਨੇ ਗੁਰੂ ਦੀ ਕਿਰਪਾ ਦੇ ਨਾਲ ਉਹ ਹਰ ਜਗ੍ਹਾ ਤਰੱਕੀਆਂ ਕਰ ਰਹੇ ਨੇ। ਸੋ ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੇਅਰ ਬੌਬੀ ਸਿੰਘ ਐਲਨ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ CSD ਦੇ ਡਾਇਰੈਕਟਰ ਰੌਡ ਬਰਿਊਰ ਵੀ ਹਾਜ਼ਰ ਦਿਖਾਈ ਦਿੱਤੇ ਨੇ। ਜ਼ਿਕਰਯੋਗ ਹੈ ਕਿ 9/11 ਤੋਂ ਬਾਅਦ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਗਲਤ ਪਛਾਣ ਕਰਕੇ ਬਹੁਤ ਸਾਰੀਆਂ ਜਾਨਾਂ ਗਵਾਉਣੀਆਂ ਪਈਆਂ। ਤਕਰੀਬਨ 10 ਸਾਲ ਪਹਿਲਾਂ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਹਰ ਸਾਲ ਨਵੰਬਰ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਤਾ ਪਾਸ ਕੀਤਾ ਜਾਂਦਾ ਹੈ। ਸੋ ਜਿਸ ਕਰਕੇ ਸਥਾਨਿਕ ਪ੍ਰਸ਼ਾਸਨ ਵੀ ਇਸ ਨੂੰ ਆਪਣੇ ਏਜੰਡੇ ਦੇ ਵਿੱਚ ਲੈ ਕੇ ਆਉਂਦੇ ਨੇ। ਅਜਿਹੇ ਮਤਿਆਂ ਦੇ ਨਾਲ ਸਿੱਖ ਪਹਿਚਾਣ ਬਣਨ ਦੇ ਵਿੱਚ ਮਦਦ ਮਿਲਦੀ ਹੈ। Thank you to the council members and Mayor Bobby Singh Allen for giving me the privilege to speak on the November as a Sikh Appreciation Month. There are over 700,000 Sikh Americans in USA, and they have been in America for last 125 years. Most people don't know about the Sikh religion, even though it is the 5th largest world religion. Sikhism, compared to the world traditions, is relatively young. The faith first emerged in 1469. Sikhs have lived in the United States for more than a century, and despite making vital contribution to the life, culture, and economy for many generations, there is still widespread lack of knowledge about the community and its legacy. Sikhs continue to experience unacceptably high rates of hate violence, employment discrimination, school bullying, and profiling. Since 9/11, thousands of reports from Sikh community about hate crimes, workplace discrimination,
racial and religious profiling. That is a traditional Sikh greeting. And now I would like to welcome Mr. Daljit Singh Sandhu, who is with our Historic Preservation Committee. Welcome, sir. Very good, very good. Thank you. Waheguru Ji Ka Khalsa, Waheguru Ji Ki Fateh. I'm so grateful to the city of Algrove, our Honorable Mayor and all City Council members for giving us this proclamation and recognizing Sikh community in Algrove City, which is diversity-wise in whole of America, 7th or 8th city. I mean diversity-wise, communities-wise. Sikhs have been migrated over here since 100 years ago, and they have been contributing to its fabric, its economic build-up, by all means being most, the top doctors, the top scientists, the top educationists, teachers, businessmen, and whatnot. And even students are migrating from India to make their livelihood and get a proper place over here. ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਰਿਹਾ ਹੈ। ਅੱਜ ਆਤਮਨਗਰ ਦੇ ਹਲਕਾ ਇੰਚਾਰਜ ਦੇ ਲਈ ਪ੍ਰਚਾਰ ਕਰਨ ਪੁੱਜੀ ਅਨਮੋਲ ਗਗਨ ਮਾਨ ਭਗਵੰਤ ਮਾਨ ਬਾਰੇ ਪੁੱਛੇ ਸਵਾਲ ਤੋਂ ਖਫਾ ਹੋ ਗਈ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਕੋਈ ਹੋਰ ਸਵਾਲ ਪੁੱਛੋ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਭਾਵੇਂ 10 ਸੀਟਾਂ ਤੋਂ ਹੀ ਆਪਣੇ ਉਮੀਦਵਾਰ ਉਤਾਰੇ ਗਏ ਨੇ, ਪਰ ਲੁਧਿਆਣਾ ਦੇ ਵਿੱਚ ਹੋਰ ਪਾਰਟੀਆਂ ਤੋਂ ਆਪ ਦੇ ਵਿੱਚ ਸ਼ਾਮਿਲ ਹੋਏ ਆਗੂ ਖੁਦ ਹੀ ਆਪੋ ਆਪਣੇ ਹਲਕਿਆਂ ਦੇ ਵਿੱਚ ਬਿਨਾਂ ਟਿਕਟ ਐਲਾਨੇ ਹੀ ਪ੍ਰਚਾਰ ਕਰ ਰਹੇ ਨੇ। ਅੱਜ ਅਨਮੋਲ ਗਗਨ ਮਾਨ ਆਤਮਨਗਰ ਤੋਂ ਆਪ ਦੇ ਹਲਕਾ ਇੰਚਾਰਜ ਕੁਲਵੰਤ ਸਿੱਧੂ ਦੇ ਲਈ ਪ੍ਰਚਾਰ ਕਰਨ ਪੁੱਜੀ ਹੈ। ਇਸ ਦੌਰਾਨ ਉਹ ਪੱਤਰਕਾਰਾਂ ਦੇ ਵੱਲੋਂ ਪੁੱਛੇ ਸਵਾਲ ਤੋਂ ਨਾਰਾਜ਼ ਹੁੰਦੀ ਹੋਈ ਵਿਖਾਈ ਦਿੱਤੀ ਹੈ। ਅਨਮੋਲ ਗਗਨ ਮਾਨ ਨੂੰ ਜਦੋਂ ਭਗਵੰਤ ਮਾਨ ਨੂੰ ਅਕਾਲੀ ਦਲ ਵੱਲੋਂ ਸ਼ਰਾਬੀ ਹੋਣ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਸਵਾਲ ਤੁਹਾਨੂੰ ਕਰਨਾ ਨਹੀਂ ਚਾਹੀਦਾ। ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਸਵਾਲ ਪੁੱਛੋ। ਇਸ ਦੌਰਾਨ ਸੀਐਮ ਚਿਹਰੇ ਤੇ ਵੀ ਉਹਨਾਂ ਨੇ ਕਿਹਾ ਕਿ ਜਲਦ ਐਲਾਨ ਕੀਤਾ ਜਾਵੇਗਾ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਆਪ ਦੇ ਵਿਧਾਇਕ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤਾਂ ਅਨਮੋਲ ਗਗਨ ਮਾਨ ਇਸ ਦਾ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੀ। ਉਹਨਾਂ ਨੇ ਕਿਹਾ ਕਿ ਜੋ ਕੰਮ ਕਰੇਗਾ ਉਸ ਨੂੰ ਹੀ ਟਿਕਟ ਮਿਲੇਗੀ। ਮੈਨੂੰ ਤਾਂ ਸਮਝ ਇਹ ਕੁਐਸਚਨ ਨੇ ਭਾਜੀ ਕੀ ਗੱਲਾਂ ਕਰਦੇ ਹੋ? ਇਹ ਜਰਨਲਿਜ਼ਮ ਪੱਤਰਕਾਰੀ ਸਾਡੇ ਲੋਕਤੰਤਰ ਦਾ ਮਜ਼ਬੂਤ ਥੰਮ ਹੈ। ਇਹਨਾਂ ਦਾ ਫਰਜ਼ ਆ ਲੋਕਾਂ ਦੀ ਆਵਾਜ਼ ਬਣਨਾ, ਹੱਕ ਸੱਚ ਲਈ ਖੜਨਾ। ਪੱਤਰਕਾਰ ਚਾਹੇ ਨਾ ਤੇ 2 ਦਿਨਾਂ ਦੇ ਵਿੱਚ ਨਰਿੰਦਰ ਮੋਦੀ ਦੀ ਉਹ ਗੋਦੀ ਮੀਡੀਆ ਜੇ ਸਹੀ ਹੋਵੇ ਤਾਂ ਸਰਕਾਰ ਸਿੱਟ ਸਕਦਾ। ਤੇ ਤੁਸੀਂ ਇਸੇ ਸਵਾਲ ਤੇ ਅਟਕੇ ਅਸੀਂ ਆਪਣੇ ਕੋਲੋਂ ਨਹੀਂ ਪੁੱਛ ਰਹੇ ਜੀ, ਸ਼੍ਰੋਮਣੀ ਅਕਾਲੀ ਦਲ ਤੇ ਕਹਿ ਰਹੇ ਨੇ। ਕਿਹੜੀ ਸ਼੍ਰੋਮਣੀ ਅਕਾਲੀ ਦਲ? ਪੱਤਰਕਾਰ ਕੋਈ ਕੁਝ ਨਹੀਂ ਕਹਿੰਦਾ ਹੁੰਦਾ, ਜੋ ਲੀਡਰ ਕਹਿੰਦਾ ਵਾ ਉਹੀ ਅਸੀਂ ਪੱਤਰਕਾਰ ਕਿਹੜਾ ਸ਼੍ਰੋਮਣੀ ਅਕਾਲੀ ਦਲ? ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ, ਸਾਡੀ ਪਾਰਟੀ ਦੀ ਪੂਰੀ ਲੀਡਰਸ਼ਿਪ ਉਹਨਾਂ ਦੇ ਨਾਲ ਹੀ ਹੁੰਦੀ ਹੈ। ਸਰਦਾਰ ਸਾਡੇ ਭਗਵੰਤ ਸਿੰਘ ਮਾਨ ਪਾਰਟੀ ਪ੍ਰਧਾਨ ਉਹਨਾਂ ਦੇ ਹਮੇਸ਼ਾ ਨਾਲ ਹੀ ਹੁੰਦੇ, ਉਹ ਵੀ ਗੱਲ ਕਰਦੇ ਨੇ। ਤੇ ਸਾਡੀ ਪੂਰੇ ਇੰਡੀਆ ਦੇ ਵਿੱਚ ਕੇਜਰੀਵਾਲ ਦੀ ਜਿਹੜੀ ਗਰੰਟੀਜ਼ ਨੇ ਉਹ ਚੱਲ ਰਹੀਆਂ ਨੇ ਤੇ ਪੰਜਾਬ ਦੇ ਲੋਕ ਕੇਜਰੀਵਾਲ ਤੇ ਵਿਸ਼ਵਾਸ ਕਰਦੇ, ਪਿਆਰ ਕਰਦੇ। ਤੁਹਾਨੂੰ ਵੀ ਪਤਾ ਫੈਨ ਫੋਲੋਇੰਗ ਕਿਸ ਹਿਸਾਬ ਦੀ ਹੈ ਕੇਜਰੀਵਾਲ ਜੀ ਦੀ, ਕਿਉਂਕਿ ਦਿੱਲੀ 'ਚ ਇਕੱਲਾ ਦੇਸ਼ 'ਚ ਇੱਕੋ ਬੰਦਾ ਜਿਹਨੇ ਜੋ ਵਾਅਦੇ ਕੀਤੇ ਸਿਰਫ ਉਹੀ ਨਹੀਂ ਪੂਰੇ ਕੀਤੇ, ਐਕਸਟਰਾ ਗੱਲਾਂ ਵੀ ਕੀਤੀਆਂ, ਪੂਰੀਆਂ ਕੀਤੀ। ਜਿੱਦਾਂ ਮੁਹੱਲਾ ਕਲੀਨਿਕ ਸਾਡੇ ਮੈਨੀਫੈਸਟੋ 'ਚ ਨਹੀਂ ਸੀ, ਪਰ ਅਸੀਂ ਦਿੱਲੀ ਦੇ ਵਿੱਚ ਬਣਾਏ, ਜਿਹੜੇ ਕਿ ਅਸੀਂ ਪੰਜਾਬ 'ਚ ਵੀ 16,000 ਬਣਾਉਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਥੇ ਸਥਿਤ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਲਾਨਾ ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣਿਆ ਗਿਆ ਹੈ। ਉਹ ਸ਼੍ਰੋਮਣੀ ਕਮੇਟੀ ਦੇ 44ਵੇਂ ਪ੍ਰਧਾਨ ਬਣੇ ਨੇ ਅਤੇ 142 ਵੋਟਾਂ ਦੇ ਵਿੱਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 122 ਅਤੇ ਸਰਦਾਰ ਮਿੱਠੂ ਸਿੰਘ ਕਾਨੇਕੇ ਨੂੰ 19 ਵੋਟਾਂ ਪ੍ਰਾਪਤ ਹੋਈਆਂ ਨੇ, ਜਦਕਿ 1 ਵੋਟ ਰੱਦ ਵੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਬਾਅਦ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਚੱਲ ਰਹੀ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਰੂਪ ਦੇ ਵਿੱਚ ਅੱਗੇ ਵਧਾਉਣ ਦੇ ਨਾਲ ਸਿਹਤ ਅਤੇ ਸਿੱਖਿਆ ਨੂੰ ਵੀ ਵਰਤਮਾਨ ਸਮੇਂ ਦੇ ਅਨੁਸਾਰ ਨਵੀਂ ਦਿਸ਼ਾ ਦਿੱਤੀ ਜਾਏਗੀ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਭ ਦੀ ਸਾਂਝੀ ਸੰਸਥਾ ਹੈ ਅਤੇ ਹਰ ਸਿੱਖ ਨੂੰ ਇਸ ਦੇ ਕਾਰਜਾਂ ਦੇ ਵਿੱਚ ਸਹਿਯੋਗੀ ਬਣਨਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਅਤੇ ਕਾਰਜ ਵੱਡੀ ਜ਼ਿੰਮੇਵਾਰੀ ਵਾਲੀ ਕੰਮ ਹੈ ਅਤੇ ਇਸ ਨੂੰ ਨਿਭਾਉਣ ਦੇ ਲਈ ਸੰਗਤਾਂ ਦਾ ਸਹਿਯੋਗ ਜ਼ਰੂਰ ਪ੍ਰਾਪਤ ਕਰਨਗੇ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਇੱਕ ਮਰਿਆਦਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਵਿਰੋਧੀ ਮੈਂਬਰ ਗੁਰੂ ਸਾਹਿਬ ਦੇ ਸਤਿਕਾਰ ਨੂੰ ਭੁੱਲ ਕੇ ਹੁੱਲੜਬਾਜ਼ੀ ਕਰਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਮਰਿਆਦਾ ਦਾ ਉਲੰਘਣਾ ਕਰਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ, ਕਿਉਂਕਿ ਗੁਰੂ ਆਸ਼ੇ ਦੇ ਨਾਲ ਸਮਾਜਿਕ ਆਸ਼ੇ ਅਨੁਸਾਰ ਵੀ ਇਸ ਨੂੰ ਕੋਈ ਥਾਂ ਨਹੀਂ ਹੈ।
ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਮਾਮਲੇ ਤੇ ਵਿਚਾਰ ਕੀਤੀ ਜਾ ਸਕਦੀ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਵਿਚਾਰਾਂ ਦੀ ਥਾਂ ਜਾਣਬੁੱਝ ਕੇ ਵਿਰੋਧੀਆਂ ਦੇ ਵੱਲੋਂ ਮਾਹੌਲ ਖਰਾਬ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਇੱਕ ਗਰੀਬੜੇ ਜਿਹੇ ਤੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਮੈਂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਕਿ ਸਤਿਗੁਰੂ ਜੀ ਇਹ ਜ਼ਿੰਮੇਵਾਰੀ ਵੱਡੀ ਆ, ਤੇ ਜੇ ਤੁਸੀਂ ਹੁਣ ਜ਼ਿੰਮੇਵਾਰੀ ਪਾਈ ਆ ਤੇ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਵੀ ਜਾਈਏ। ਤੇ ਦੂਸਰਾ ਸਤਿਗੁਰੂ ਜੀ ਨੇ ਹੋਰ ਕਿਰਪਾ ਕੀਤੀ ਕਿ ਸਾਡਾ ਸਾਰਾ ਹਾਊਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਕਿਉਂਕਿ ਅੱਜ ਤੱਕ ਇਹ ਪਰੰਪਰਾ ਰਹੀ ਪਈ ਜੀ ਪ੍ਰਧਾਨ ਲਿਫਾਫੇ ਚੋਂ ਨਿਕਲਦਾ, ਪਰ ਅੱਜ ਤੁਹਾਡੇ ਸਾਹਮਣੇ ਹਰ ਇੱਕ ਮੈਂਬਰ ਨੇ ਆਪਣੀ ਵੋਟ ਪਾ ਕੇ, ਮੈਨੂੰ 122 ਵੋਟਾਂ ਪਈਆਂ, ਉਹਨਾਂ ਨੂੰ 19 ਵੋਟਾਂ ਪਈਆਂ, ਇਸ ਗੱਲ ਨੂੰ ਵੀ ਗਲਤ ਸਾਬਤ ਕੀਤਾ ਵੀ ਪ੍ਰਧਾਨ ਲਿਫਾਫੇ ਚੋਂ ਨਿਕਲਦਾ। ਪ੍ਰਧਾਨ ਉਹਨਾਂ ਵੋਟਰਾਂ ਦੀਆਂ ਵੋਟਾਂ ਦੇ ਵਿੱਚੋਂ ਨਿਕਲੇ। ਤੇ ਨਾਲ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਘੂਜੀਤ ਸਿੰਘ ਜੀ ਬਿਰਕ, ਇਹਨਾਂ ਦੇ ਸਰਬਸੰਮਤੀ ਹੋ ਗਈ ਸੀ। ਪ੍ਰੋਫੈਸਰ ਸੁਰਿੰਦਰ ਸਿੰਘ ਜੀ ਆਨੰਦਪੁਰ ਸਾਹਿਬ, ਉਹਨਾਂ ਤੇ ਵੀ ਸਰਬਸੰਮਤੀ ਹੋ ਗਈ ਸੀ। ਸਰਦਾਰ ਕਰਨੈਲ ਸਿੰਘ ਜੀ ਪੰਜੌਲੀ, ਸਾਡੇ ਜਿਹੜੇ ਜਨਰਲ ਸਕੱਤਰ ਚੁਣੇ ਗਏ, ਇਹਨਾਂ ਦੀ ਵੀ ਚੋਣ ਹੋਈ ਆ। ਸੋ ਜਿਹੜੇ ਰੋਜ਼ ਹੀ ਇਹ ਕਰਦੇ ਸੀ ਵੀ ਜੀ ਇਹ ਲਿਫਾਫਿਆਂ 'ਚੋਂ ਨਿਕਲਦਾ, ਇਹ ਲਿਫਾਫਿਆਂ 'ਚੋਂ ਨਹੀਂ, ਇਹ ਵੋਟਰਾਂ ਦੀ ਜਿਹੜੇ ਮੈਂਬਰ ਆ ਉਹਨਾਂ ਦੀਆਂ ਵੋਟਰਾਂ 'ਚੋਂ ਬਣੇ ਆ। ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਦੇ ਵੱਲੋਂ ਖੁਦ ਨੂੰ ਆਮ ਆਦਮੀ ਕਹਿਣ ਤੇ ਤੰਜ ਕੱਸਿਆ ਹੈ। ਸੁਖਬੀਰ ਅੱਜ ਲੁਧਿਆਣਾ ਦੇ ਵਿਖੇ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਪਹੁੰਚੇ ਸਨ, ਜਿਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਆਉਣ ਤੇ ਉਦਯੋਗਪਤੀਆਂ ਨੂੰ ਕਈ ਤਰ੍ਹਾਂ ਦੀਆਂ ਰਾਹਤਾਂ ਦੇਣ ਦੇ ਵਾਅਦੇ ਕੀਤੇ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਇੰਡਸਟਰੀ ਲੈ ਕੇ ਕਈ ਐਲਾਨ ਕੀਤੇ ਨੇ, ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਕਾਨੂੰਨ ਰੈਨੋਵੇਟ ਕਰਵਾਉਣ ਵਾਸਤੇ ਭਾਰੀ ਪੈਸੇ ਖਰਚ ਜਾਣ ਤੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਹ ਨਾਮ ਤੇ ਹੀ ਖੁਦ ਨੂੰ ਆਮ ਆਦਮੀ ਕਹਿੰਦੇ ਨੇ, ਜਿਹੜੇ ਕਦੇ ਕੋਈ ਸਰਕਾਰੀ ਬੰਗਲਾ ਨਾ ਲੈਣ, ਸਿਕਿਉਰਟੀਆਂ ਨਾ ਰੱਖਣ ਵਰਗੀਆਂ ਗੱਲਾਂ ਕਰਦੇ ਸਨ। ਇਸ ਤੋਂ ਪਹਿਲਾਂ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਇੰਡਸਟਰੀ ਨੂੰ ਲੈ ਕੇ ਕਈ ਐਲਾਨ ਵੀ ਕੀਤੇ ਨੇ ਅਤੇ ਪਾਰਟੀ ਦੀ ਸਰਕਾਰ ਆਉਣ ਤੇ ਕਈ ਰਿਆਇਤਾਂ ਦੇਣ ਦਾ ਵਾਅਦਾ ਵੀ ਕੀਤਾ ਹੈ। ਅੱਜ ਲੁਧਿਆਣਾ ਵਿੱਚ ਅਸੀਂ ਇੰਡਸਟਰੀ ਤੇ ਟ੍ਰੇਡਰਸ ਤੇ ਸ਼ਾਪਕੀਪਰਸ ਦੀ ਮੇਨ ਜਿਹੜੇ ਉਹਨਾਂ ਦੇ ਸਪੋਕਸਮੈਨ ਹੈ, ਉਹਨਾਂ ਦੇ ਜਿਹੜੇ ਪ੍ਰਧਾਨ ਹੈ, ਉਹਨਾਂ ਨਾਲ ਮੀਟਿੰਗ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ BSP ਤਰਫੋਂ ਅਸੀਂ ਇੰਡਸਟਰੀ ਟ੍ਰੇਡ ਤੇ ਵਪਾਰੀਆਂ ਵਾਸਤੇ, ਦੁਕਾਨਦਾਰਾਂ ਵਾਸਤੇ 13 ਨੁਕਾਤੀ ਪ੍ਰੋਗਰਾਮ, ਸਾਡਾ 13 ਪੁਆਇੰਟ ਮਿਸ਼ਨ ਪੰਜਾਬ ਦੀ ਇੰਡਸਟਰੀ ਨੂੰ, ਪੰਜਾਬ ਦੀ ਵਪਾਰੀਆਂ ਨੂੰ, ਛੋਟੇ ਸਨਅਤਾਂ ਨੂੰ ਕਿਵੇਂ ਇਨਕਰੇਜ ਕਰਨਾ ਹੈ ਤੇ ਕਿਵੇਂ ਉਹਨਾਂ ਨੂੰ ਖੁੱਲ੍ਹ ਦੇਣੀ ਹੈ। ਤੁਸੀਂ ਦੇਖਿਆ ਹੋਣਾ ਮੇਰਾ ਮੇਨ ਥਰਸਟ ਹੈ ਕਿ ਮੈਂ ਆਪਣੇ ਪੰਜਾਬੀ ਐਂਟਰਪ੍ਰਾਈਜ਼ ਨੂੰ, ਮੇਰੀ ਮੇਨ ਮਿਸ਼ਨ ਹੈ ਕਿ ਪੰਜਾਬੀ ਐਂਟਰਪ੍ਰਾਈਜ਼ ਨੂੰ ਫਸਟ ਪ੍ਰੈਫਰੈਂਸ ਦੇਣੀ ਹੈ, ਉਹਨਾਂ ਨੂੰ ਇਨਕਰੇਜ ਕਰਨਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੰਸਦ ਦੇ ਵਿੱਚ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਸੰਬੰਧੀ ਬਿੱਲ ਨੂੰ ਚਰਚਾ ਦੇ ਬਿਨਾਂ ਪਾਸ ਕੀਤੇ ਜਾਣ ਤੋਂ ਬਾਅਦ ਸਰਕਾਰ ਤੇ ਚਰਚਾ ਤੋਂ ਡਰਨ ਦਾ ਦੋਸ਼ ਲਗਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਸਰਕਾਰ ਤੇ ਕੁਝ ਅਜਿਹੇ ਲੋਕਾਂ ਦੇ ਸਮੂਹ ਦਾ ਕਬਜ਼ਾ ਹੈ ਜੋ ਗਰੀਬ ਵਿਰੋਧੀ ਹੈ ਅਤੇ ਕਿਸਾਨ ਮਜ਼ਦੂਰਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਕਿਸਾਨਾਂ ਮਜ਼ਦੂਰਾਂ ਦੀ ਦੇਸ਼ ਦੀ ਜਿੱਤ ਹੈ ਅਤੇ ਹੁਣ ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਸਮੇਤ ਉਹਨਾਂ ਦੀਆਂ ਹੋਰ ਮੰਗਾਂ ਵੀ ਸਵੀਕਾਰ ਕਰਨੀਆਂ ਚਾਹੀਦੀਆਂ ਨੇ। ਰਾਹੁਲ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਸੀਂ ਕਿਹਾ ਸੀ ਕਿ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਸਾਨੂੰ ਪਤਾ ਸੀ ਕਿ 3-4 ਵੱਡੇ ਪੂੰਜੀਪਤੀਆਂ ਦੀ ਤਾਕਤ ਦੇਸ਼ ਦੇ ਕਿਸਾਨਾਂ ਦੇ ਸਾਹਮਣੇ ਟਿਕ ਨਹੀਂ ਸਕਦੀ ਹੈ। ਇਹੀ ਹੋਇਆ ਹੈ ਕਿ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨਾ ਪਿਆ। ਇਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਫਲਤਾ ਹੈ। ਉਹਨਾਂ ਦੋਸ਼ ਲਗਾਇਆ ਕਿ ਇਹ ਕਾਨੂੰਨ ਜਿਸ ਤਰ੍ਹਾਂ ਦੇ ਨਾਲ ਬਿਨਾਂ ਚਰਚਾ ਤੇ ਰੱਦ ਕੀਤੇ ਗਏ, ਉਹ ਦਿਖਾਉਂਦਾ ਹੈ ਕਿ ਸਰਕਾਰ ਚਰਚਾ
ਚਰਚਾ ਤੋਂ ਡਰਦੀ ਹੈ ਅਤੇ ਸਰਕਾਰ ਨੇ ਗਲਤ ਕੰਮ ਵੀ ਕੀਤਾ ਹੈ। ਇੱਕ ਸਵਾਲ ਦੇ ਜਵਾਬ ਦੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਹੈ ਕਿ ਇਹ ਤਿੰਨੋਂ ਕਾਨੂੰਨ ਕਿਸਾਨਾਂ ਅਤੇ ਮਜ਼ਦੂਰਾਂ ਤੇ ਹਮਲਾ ਸੀ। ਕਿਸਾਨਾਂ ਦੀਆਂ ਮੰਗਾਂ ਦੀ ਲੰਬੀ ਸੂਚੀ ਹੈ ਜਿਸ ਦਾ ਅਸੀਂ ਸਮਰਥਨ ਕਰਦੇ ਹਾਂ। ਉਹਨਾਂ ਨੇ ਸਰਕਾਰ ਦੀ ਟਿੱਪਣੀ ਨਾਲ ਜੁੜੇ ਹੋਏ ਪ੍ਰਸ਼ਨਾਂ ਦੇ ਉੱਤਰ ਦੇ ਵਿੱਚ ਕਿਹਾ ਜੇਕਰ ਚਰਚਾ ਨਹੀਂ ਕਰਨੀ ਹੈ ਤਾਂ ਫਿਰ ਸੰਸਦ ਦੀ ਕੀ ਜ਼ਰੂਰਤ ਹੈ। ਬੰਦ ਕਰ ਦਿੰਦੇ ਪ੍ਰਧਾਨ ਮੰਤਰੀ ਨੂੰ ਜੋ ਕਹਿਣਾ ਹੈ ਉਹ ਕਹਿ ਦੇਣ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਮੁਆਫੀ ਮੰਗੀ ਹੈ। ਉਹਨਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਉਹਨਾਂ ਦੀ ਗਲਤੀ ਦੇ ਨਾਲ 700 ਲੋਕਾਂ ਦੀ ਜਾਨ ਗਈ ਹੈ ਤੇ ਪੂਰਾ ਅੰਦੋਲਨ ਹੋਇਆ ਹੈ। ਜੇਕਰ ਗਲਤੀ ਮੰਨ ਲਈ ਤਾਂ ਫਿਰ ਮੁਆਵਜ਼ਾ ਦੇਣਾ ਪਵੇਗਾ। हमने कहा था कि जो 3 काले कानून हैं इनको वापस लेना पड़ेगा। इसलिए कहा था क्योंकि हमें मालूम था कि 3-4 बड़े जो पूंजीपति हैं उनकी शक्ति हिंदुस्तान के किसानों के सामने खड़ी नहीं हो सकती और वही हुआ। जो 3 काले कानून थे उनको अंत में रद्द करना पड़ा। ये किसानों की, मजदूरों की सफलता है, एक प्रकार से देश की सफलता है। मगर जिस प्रकार से ये कानून रद्द किए गए, बिना कोई डिस्कशन, पार्लियामेंट में इसके बारे में चर्चा नहीं होने दी, ये दिखाता है कि सरकार डिस्कशन से डरती है और दिखाता है कि सरकार जानती है कि उन्होंने गलत काम किया और सरकार डरती है। डिस्कशन जो हमारे किसान भाई शहीद हुए उनके बारे में है, वो जो 700 किसान जिन्होंने अपनी जान दी उनके बारे में डिस्कशन होना था। डिस्कशन ये भी होना था कि ये जो किसानों के खिलाफ कानून बनाए गए इसके पीछे किसकी शक्ति थी, कौन सी शक्ति थी, ये क्यों किए जा रहे थे, क्यों बनाए गए। डिस्कशन एमएसपी पे भी होना था और जो किसानों की समस्या है उस पे होना था। लखीमपुर खेरी और इनके जो होम मिनिस्टर हैं उन पर डिस्कशन होना था, वो तो सरकार ने होने नहीं दिया। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਲਗਾਤਾਰ ਹੀ ਆਪਣੀਆਂ ਗਰੰਟੀਆਂ ਦਿੰਦੇ ਹੋਏ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਦੇ ਵਪਾਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਮਨੀਸ਼ ਸਿਸੋਦੀਆ ਦੀ ਤਾਂ ਅੱਜ ਤੜਕਸਾਰ ਮਨੀਸ਼ ਸਿਸੋਦੀਆ ਅੰਮ੍ਰਿਤਸਰ ਦੇ 에ਅਰਪੋਰਟ ਤੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਵਪਾਰੀਆਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਰਹੀ ਹੈ ਅਤੇ ਵਪਾਰੀ ਆਪਣੀਆਂ ਕਈ ਮੁਸ਼ਕਲਾਂ ਬਾਰੇ ਵੀ ਉਹਨਾਂ ਨੂੰ ਦੱਸ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਵਪਾਰੀ ਕਾਂਗਰਸ ਪਾਰਟੀ ਤੋਂ ਕਾਫੀ ਖਫਾ ਨੇ ਅਤੇ ਅੱਜ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਪਹੁੰਚ ਕੇ ਵਪਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਉੱਥੇ ਹੀ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਿਹਾ ਗਿਆ ਸੀ ਕਿ ਦਿੱਲੀ ਸਰਕਾਰ ਇੱਕ ਕਾਰਪੋਰੇਸ਼ਨ ਚਲਾ ਰਹੀ ਹੈ ਅਤੇ ਅਸੀਂ ਇੱਕ ਪੂਰਾ ਸੂਬਾ ਚਲਾ ਰਹੇ ਹਾਂ। ਇਸ ਦੇ ਬੋਲਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਜੇਕਰ ਉਹ ਸੂਬਾ ਨਹੀਂ ਚਲਾ ਸਕਦੇ ਤਾਂ ਉਹ ਕਾਰਪੋਰੇਸ਼ਨ ਹੀ ਚਲਾਣ। ਪੰਜਾਬ ਨੂੰ ਛੱਡ ਦਿਓ, ਅਸੀਂ ਖੁਦ ਹੀ ਸਕੂਲ ਕਾਲਜ ਵਧੀਆ ਕਰ ਦੇਵਾਂਗੇ। ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਪੰਜਾਬ ਦੇ ਮੰਤਰੀ ਦਿੱਲੀ ਸਰਕਾਰ ਕੋਲੋਂ ਦਿੱਲੀ ਦੇ ਸਕੂਲਾਂ ਦਾ ਅੰਕੜਾ ਮੰਗ ਰਹੇ ਸੀ ਜੋ ਅਸੀਂ ਜਨਤਕ ਕਰ ਦਿੱਤਾ ਹੈ, ਪਰ ਹੁਣ ਪੰਜਾਬ ਦਾ ਕੋਈ ਵੀ मंत्री ਜਾਂ विधायक इस मुद्दे ते बोलने ਨੂੰ तैयार नहीं है। पंजाब में मैं व्यापारियों से बात करने आया हूं और पिछली बार कुछ शहरों में व्यापारी बंधुओं के साथ बातचीत हुई थी, उसमें समझ में आया था कि पंजाब का व्यापारी कांग्रेस से पूरी तरह से निराश है। उसकी नीतियों से, उसके काम से व्यापारियों के हित में कुछ नहीं हुआ। उद्योग को बढ़ाने के लिए, व्यापार को बढ़ाने के लिए कुछ नहीं हुआ और उसकी वजह से रोज़गार भी क्रिएट नहीं हुए। आम आदमी पार्टी की सरकार दिल्ली में जिस तरह से काम कर रही है और पिछले 5-6 साल में दिल्ली में जिस तरह की इकोनॉमिक ग्रोथ हुई है, व्यापारियों का जिस तरह से फ़ायदा पहुंचा है, वैसी नीतियां पंजाब में भी लागू की जाएंगी, रेड राज खत्म करके। और व्यापारियों ने फिर से कुछ सभाओं के लिए मुझे आज बुलाया है।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਵਿਭਾਗ ਦੀ ਸਮੀਖਿਆ ਲਈ ਬੁਲਾਈ ਉੱਚ ਪੱਧਰੀ ਮੀਟਿੰਗ ਕਰਨ ਮਗਰੋਂ ਦੱਸਿਆ ਹੈ ਕਿ ਗੋਇੰਦਵਾਲ ਸਾਹਿਬ ਵਿੱਚ ਉਸਾਰੀ ਜਾ ਰਹੀ ਨਵੀਂ ਕੇਂਦਰੀ ਜੇਲ੍ਹ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ, ਜਿਹੜੀ ਕਿ ਦਸੰਬਰ ਦੇ ਅੱਧ ਦੇ ਵਿੱਚ ਜੇਲ੍ਹ ਵਿਭਾਗ ਨੂੰ ਸੌਂਪ ਦਿੱਤੀ ਜਾਏਗੀ। ਉਹਨਾਂ ਨੇ ਦੱਸਿਆ ਹੈ ਕਿ ਗੋਇੰਦਵਾਲ ਸਾਹਿਬ ਦੇ ਵਿੱਚ 185 ਕਰੋੜ ਰੁਪਏ ਦੀ ਲਾਗਤ ਦੇ ਨਾਲ 2780 ਕੈਦੀਆਂ ਦੀ ਸਮਰੱਥਾ ਵਾਲੀ ਕੇਂਦਰੀ ਜੇਲ੍ਹ ਉਸਾਰੀ ਗਈ ਹੈ। ਇਸ ਦੇ ਨਾਲ ਸੂਬੇ ਦੇ ਵਿੱਚ ਕੇਂਦਰੀ ਜੇਲ੍ਹਾਂ ਦੀ ਗਿਣਤੀ 10 ਅਤੇ ਕੁੱਲ ਜੇਲ੍ਹਾਂ ਦੀ ਗਿਣਤੀ 26 ਹੋ ਜਾਵੇਗੀ। ਉਹ ਉਪ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਮੁਹਾਲੀ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੈਦੀਆਂ ਨੂੰ ਹੁਣ ਰੋਪੜ ਤੇ ਪਟਿਆਲਾ ਜੇਲ੍ਹ ਭੇਜਣਾ ਪੈਂਦਾ ਹੈ, ਜਿਸ ਸੰਬੰਧੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਨਵੀਂ ਜੇਲ੍ਹ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜੰਗ ਕੇ ਆਜ਼ਾਦੀ ਦਾ ਦੌਰਾ ਕਰਕੇ ਆਜ਼ਾਦੀ ਸੰਗਰਾਮ ਅਤੇ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਦੇ ਲਈ ਪੰਜਾਬੀਆਂ ਦੇ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਦਰਸਾਉਂਦੀਆਂ ਗੈਲਰੀਆਂ ਦੀ ਸ਼ਲਾਘਾ ਕੀਤੀ ਹੈ। ਜੰਗੀ ਆਜ਼ਾਦੀ ਯਾਦਗਾਰ ਪਹੁੰਚਣ ਤੇ ਰਾਜਪਾਲ ਦਾ ਡਿਵੀਜ਼ਨਲ ਕਮਿਸ਼ਨ ਵੀਕੇ ਮੀਨਾ, ਡਿਪਟੀ ਕਮਿਸ਼ਨਰ ਤੇ ਜੰਗੀ ਆਜ਼ਾਦੀ ਯਾਦਗਾਰ ਦੇ CEO ਘਨਸ਼ਿਆਮ ਥੌਰੀ, IG ਜਲੰਧਰ ਰੇਂਜੀ S ਢਿੱਲੋਂ, SSP ਜਲੰਧਰ ਸਤਿੰਦਰ ਸਿੰਘ ਨੇ ਸਵਾਗਤ ਕੀਤਾ ਹੈ। ਰਾਜਪਾਲ ਸਾਰੀਆਂ ਗੈਲਰੀਆਂ ਅਤੇ ਆਡੀਟੋਰੀਅਮ ਦੇ ਵਿੱਚ ਜਿੱਥੇ ਉਹਨਾਂ ਆਜ਼ਾਦੀ ਸੰਗਰਾਮ ਦੌਰਾਨ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ਦਰਸਾਉਣ ਦੀ ਇੱਕ ਲਘੂ ਫਿਲਮ ਵੀ ਵੇਖੀ ਹੈ। ਉਹਨਾਂ ਇਸ ਯਾਦਗਾਰ ਨੂੰ ਇੱਕ ਆਰਕੀਟੈਕਚਰਲ ਸਮਾਰਕ ਦੱਸਿਆ ਜੋ ਨੌਜਵਾਨ ਪੀੜ੍ਹੀ ਨੂੰ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੇ ਜਜ਼ਬੇ ਦੇ ਲਈ ਪ੍ਰੇਰਿਤ ਕਰੇਗਾ। ਉਹਨਾਂ ਨੇ ਕਿਹਾ ਹੈ ਕਿ ਇਹ ਯਾਦਗਾਰ ਮਹਾਨ ਆਜ਼ਾਦੀ ਕੋ ਲਾਟੀਆਂ ਅਤੇ ਸਿੱਖਾਂ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਹੈ ਜਿਨ੍ਹਾਂ ਬਰਤਾਨਵੀ ਬਸਤੀਵਾਦ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਸਤਨਾਮ ਮਾਨਕ, ਸਕੱਤਰ ਪ੍ਰਬੰਧਕੀ ਕਮੇਟੀ ਲਖਵਿੰਦਰ ਜੌਹਲ, ਮੈਂਬਰ ਪ੍ਰਬੰਧਕੀ ਕਮੇਟੀ ਰਮੇਸ਼ ਮਿੱਤਲ ਦੇ ਨਾਲ ਰਾਜਪਾਲ ਨੇ ਆਜ਼ਾਦੀ ਸੰਗਰਾਮ ਨੂੰ ਦਰਸਾਉਂਦੀਆਂ ਤਸਵੀਰਾਂ ਦੇ ਦਰਸ਼ਨ ਕਰਨ ਦੇ ਲਈ ਸਾਰੀਆਂ ਗੈਲਰੀਆਂ ਦਾ ਦੌਰਾ ਕੀਤਾ ਹੈ। ਅਪ੍ਰੈਲ ਦੇ ਵਿੱਚ ਇੰਡੀਆਨਾਪੋਲਿਸ ਫੈਡੈਕਸ ਫੈਸਿਲਿਟੀ ਦੇ ਵਿੱਚ ਇੱਕ ਸਮੂਹਿਕ ਗੋਲੀਬਾਰੀ ਤੋਂ ਪੀੜਤ ਸਿੱਖ ਭਾਈਚਾਰੇ ਦੇ 3 ਮੈਂਬਰ ਸਿਟੀ ਤੋਂ ਇਹ ਦਾਅਵਾ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿ ਸਥਾਨਕ ਅਧਿਕਾਰੀ ਅਦਾਲਤੀ ਸੁਣਵਾਈ ਦੀ ਪੈਰਵਾਈ ਕਰਨ ਦੇ ਵਿੱਚ ਅਸਫਲ ਰਹੇ, ਜੋ ਸ਼ੂਟਰ ਨੂੰ ਹਮਲੇ ਦੇ ਵਿੱਚ ਵਰਤੀਆਂ ਗਈਆਂ ਬੰਦੂਕਾਂ ਤੱਕ ਪਹੁੰਚਣ ਕਰਨ ਤੋਂ ਰੋਕਿਆ ਜਾ ਸਕਦਾ ਸੀ। ਦਾ ਇੰਡੀਆਨਾਪੋਲਿਸ ਸਟਾਰ ਦੁਆਰਾ 12 ਅਕਤੂਬਰ ਨੂੰ ਪ੍ਰਾਪਤ ਕੀਤੀ ਗਈ ਚਿੱਠੀ ਤੋਂ ਪਤਾ ਚੱਲਦਾ ਹੈ ਕਿ ਹਰਪ੍ਰੀਤ ਸਿੰਘ, ਲਖਵਿੰਦਰ ਕੌਰ ਅਤੇ ਗੁਰਿੰਦਰ ਬੈਂਸ ਜੋ ਕਿ 15 ਅਪ੍ਰੈਲ ਦੇ ਹਮਲੇ ਦੇ ਵਿੱਚ ਜ਼ਖਮੀ ਹੋਏ ਜਾਂ ਪਰਿਵਾਰਕ ਮੈਂਬਰ ਗਵਾ ਚੁੱਕੇ ਨੇ, ਹਰੇਕ ਸਿਟੀ ਤੋਂ $7 ਲੱਖ ਹਰਜਾਨੇ ਦੀ ਮੰਗ ਕਰ ਰਹੇ ਨੇ। ਪੀੜਤਾਂ ਦੇ ਵਕੀਲਾਂ ਨੇ ਕਿਹਾ ਹੈ ਕਿ ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਅਤੇ ਮੈਰੀਅਨ ਕਾਉਂਟੀ ਪ੍ਰੋਸੀਕਿਊਟਰ ਆਫਿਸ ਇੰਡੀਆਨਾ ਦੇ ਰੈੱਡ ਫਲੈਗ ਵਾਲੇ ਕਾਨੂੰਨਾਂ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹੇ ਜਦੋਂ ਉਹਨਾਂ ਨੇ ਮਾਰਚ 2020 ਦੇ ਵਿੱਚ ਸ਼ੂਟਰ ਦੇ ਬੰਦੂਕ ਦੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਲਈ ਅਦਾਲਤਾਂ ਦੇ ਵਿੱਚ ਕੇਸ ਦਾਇਰ ਨਾ ਕਰਨ ਦਾ ਫੈਸਲਾ ਕੀਤਾ। ਬੀਤੇ ਦਿਨੀ 26 ਨਵੰਬਰ ਵਾਲੇ ਦਿਨ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਪ੍ਰਿੰਸਟਨ ਹਾਈਵੇ 3 ਤੇ ਵਾਪਰੇ ਇੱਕ ਭਿਆਨਕ ਸੜਕ ਟਰੱਕ ਹਾਦਸੇ ਦੇ ਵਿੱਚ ਇੱਕ ਪੰਜਾਬੀ ਮੂਲ ਦੇ ਨੌਜਵਾਨ ਜਿਸ ਦਾ ਨਾਂ ਰਾਜਨਬੀਰ ਸਿੰਘ ਗਿੱਲ ਸੀ ਅਤੇ ਉਮਰ ਤਕਰੀਬਨ 22 ਸਾਲ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਰਾਜਨਬੀਰ ਸਿੰਘ ਸਨ 2018 ਦੇ ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਹੁਣ ਉਹ ਵਰਕ ਪਰਮਿਟ ਉੱਤੇ ਸੀ। ਟਰੱਕ ਹਾਦਸੇ ਦੇ ਵਿੱਚ ਰਾਜਨਬੀਰ ਸਿੰਘ ਗੰਭੀਰ ਰੂਪ ਦੇ ਵਿੱਚ ਸਖਤ ਫੱਟੜ ਹੋ ਗਿਆ ਸੀ, ਜਿਸ ਨੂੰ ਸਖਤ ਗੰਭੀਰ ਰੂਪ ਦੀ ਹਾਲਤ ਵਿੱਚ ਜ਼ਖਮੀ ਹੋਏ ਨੂੰ ਸਥਾਨਕ ਪ੍ਰਿੰਸਟਨ ਦੇ ਜਨਰਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਰਾਜਨਬੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਹੀ ਪੁੱਤਰ ਸੀ ਅਤੇ ਉਹ ਇੱਥੇ ਆਪਣੇ ਰਿਸ਼ਤੇਦਾਰ ਦੇ ਕੋਲ ਬ੍ਰੈਂਪਟਨ ਕੈਨੇਡਾ ਵਿਖੇ ਰਹਿੰਦਾ ਸੀ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।